ਬਿਲਾਵਲ ਮਹਿਲਾ ਪੰਜਵਾਂ। ਕਰ ਤਰ ਮਸਤਕ ਥਾਪਿਆ, ਨਾਮ ਦੀਨੋ ਸਫਲ ਸੇਵਾ ਪਾਰ ਬ੍ਰਹਮ ਕੀ, ਤਾਂ ਕੀ ਨਹੀਂ ਹਾਨ। ਆਪੇ ਹੀ ਪ੍ਰਭ ਰਾਖਤਾ, ਭਗਤਨ ਕੀ ਆਨ। ਜੋ ਜੋ ਚਿਤਵੈ ਸਾਧ ਜਨ, ਸੋ ਲੀਤਾ ਮਾਨ। ਰਹਾਉ ਸ਼ਰਨ ਪਰੇ ਚਰਨਾਰ ਬਿੰਦ, ਪ੍ਰਭ ਕੇ ਪ੍ਰਾਨ। ਸਹਿਜ ਸੁਭਾਏ ਨਾਨਕ ਮਿਲੇ, ਜੋਤੀ ਜੋਤ ਸਮਾਨ। ਸਹਿਜ ਸੁਭਾਏ ਨਾਨਕ ਮਿਲੇ, ਜੋਤੀ ਜੋਤ ਸਮਾਨ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਸਭ ਧੰਨਤਾ ਦੇ ਯੋਗ ਹੋ, ਬੜਭਾਗੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਅਲਾਹੀ ਬਾਣੀ ਬਿਲਾਵਲ ਰਾਗ ਦੇ ਵਿੱਚੋਂ ਇੱਕ ਸ਼ਬਦ ਗਾਇਨ ਕੀਤਾ ਹੈ। ਆਪਾਂ ਸਾਰਿਆਂ ਨੇ ਰਲ ਮਿਲ ਕੇ ਸੋ ਸ਼ਬਦ ਦੀ ਵਿਚਾਰ ਕਰੀਏ, ਗੁਰਫਤਿਹ ਦੀ ਸਾਂਝ ਪਾਈਏ। ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਰਾਗ ਦੇ ਵਿੱਚ ਜੋ ਆਪਾਂ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਪਾਵਨ ਬਾਣੀ ਇੱਕ ਸ਼ਬਦ ਪੜ੍ਹਿਆ ਤੇ ਉਹਦਾ ਰਹਾਉ ਦਾ ਜੋ ਬੰਦ ਹੈ, ਉਹਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਕੀ ਜ਼ਿਕਰ ਕਰਦੇ ਨੇ। ਆਪੇ ਹੀ ਪ੍ਰਭ ਰਾਖਤਾ, ਭਗਤਨ ਕੀ ਆਨ। ਜੋ ਜੋ ਚਿਤਵੈ ਸਾਧ ਜਨ, ਸੋ ਲੇਤਾ ਮਾਨ। ਰਹਾਉ ਸਤਿਗੁਰਾਂ ਨੇ ਬੜੀ ਹੀ ਵਧੀਆ ਪਿਆਰੀ ਗੱਲ ਕੀਤੀ ਆ, ਜਿਹਨੂੰ ਆਪਾਂ ਇਉਂ ਵੀ ਕਹਿ ਸਕਦੇ ਹਾਂ, ਸਾਡੇ ਸਮਾਜ ਦੇ ਵਿੱਚ ਇਹ ਗੱਲ ਅੱਜ ਆਮ ਤੌਰ ਤੇ ਹੀ ਵਾਪਰਦੀ ਆ, ਪ੍ਰਚਲਿਤ ਆ। ਤੇ ਇਸ ਗੱਲ ਨੂੰ ਆਪਾਂ ਸਾਰੇ ਸਮਝ ਵੀ ਸੌਖੇ ਢੰਗ ਨਹੀਂ ਲਵਾਂਗੇ। ਆਪੇ ਹੀ ਪ੍ਰਭ ਰਾਖਤਾ, ਭਾਵ ਉਹ ਪ੍ਰਭੂ ਪਰਮਾਤਮਾ ਆਪ ਹੀ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਇੱਜ਼ਤ ਰੱਖਦਾ ਹੈ। ਤਕਰੀਬਨ ਹਰ ਇੱਕ ਦੀ ਬੇਨਤੀ ਵੀ ਇਹੀ ਹੁੰਦੀ ਹੈ, ਹੇ ਪ੍ਰਭੂ ਜੀ, ਹੇ ਮਾਲਕ ਜੀ, ਤੁਹਾਡੇ ਹੱਥ ਮੇਰੀ ਇੱਜ਼ਤ ਹੈ, ਮੇਰੀ ਪੈਜ ਹੈ, ਤੁਹਾਡੇ ਹੱਥ ਹੀ ਮੇਰੀ ਬਾਂਗ ਡੋਰ ਹੈ। ਆਪਣੀ ਆਮ ਹੀ ਸਭ ਦੀ ਇੱਕ ਬੇਨਤੀ ਹੁੰਦੀ ਆ। ਤਾਂ ਜਦੋਂ ਇਹ ਬੇਨਤੀ ਕਰਦੇ ਆ ਤੇ ਵਾਕਈ ਸੱਚ ਆ, ਉਹ ਪਰਮਾਤਮਾ ਇੱਜ਼ਤ ਰੱਖਦਾ ਵੀ ਹੈ।
ਦੂਜਾ ਸਵਾਲ, ਫਿਰ ਇਸੇ ਧਰਤੀ ਤੇ ਬਹੁਤਿਆਂ ਦੀ ਜ਼ਿੰਦਗੀ ਹੈ ਜਿਹੜੀ ਆਪਾਂ ਉਹ ਰੁਲਦਿਆਂ ਵੇਖਦੇ ਆਂ, ਵੀ ਭਟਕਦੇ ਆਂ, ਖੁਆਰ ਹੁੰਦੇ ਆਂ, ਆਮ ਹੀ ਵੇਖਦੇ ਆਂ। ਫਿਰ ਇਹਦਾ ਕਾਰਨ ਕੀ, ਇਹਦਾ ਮਤਲਬ ਕੀ ਆ? ਇੱਕ ਦੀ ਤਾਂ ਪੈਜ ਰੱਖ ਲਈ, ਬਚਾ ਲਿਆ, ਤੇ ਦੂਜਾ ਰੁਲ ਗਿਆ, ਉਹਦਾ ਮਤਲਬ ਕੀ ਆ, ਕਾਰਨ? ਇਸ ਗੱਲ ਨੂੰ ਆਪਾਂ ਇੰਨਾ ਹੀ ਇੱਕ ਹਵਾਲਾ ਲੈ ਕੇ ਸਮਝ ਸਕਦੇ ਹਾਂ। ਕੋਈ ਵੀ ਉਦਾਹਰਨ ਬਣਾ ਲਓ, ਪਰ ਉਹਨਾਂ ਸਾਰਿਆਂ ਦੇ ਵਿੱਚੋਂ ਇੱਕੋ ਹੀ ਕਾਫੀ ਆ। ਮੂਲ ਨਾਲੋਂ ਟੁੱਟਣਾ ਖੁਆਰੀ ਦੀ ਨਿਸ਼ਾਨੀ ਆ। ਬਸ ਮੂਲ ਨਾਲੋਂ ਟੁੱਟ ਜਾਣਾ ਨਾ ਖੁਆਰੀ ਦੀ ਨਿਸ਼ਾਨੀ ਆ। ਮੂਲ ਰੁੱਖ ਹੈ ਤੇ ਪੱਤਾ ਆਪਣੇ ਮੂਲ ਨਾਲ ਜੁੜਿਆ ਹੋਇਆ, ਹਰਿਆ ਭਰਿਆ ਹੈ। ਜਿਸ ਦਿਨ ਆਪਣੇ ਮੂਲ ਨਾਲੋਂ ਟੁੱਟ ਗਿਆ ਤੇ ਉਸੇ ਦਿਨ ਹੀ ਉਹਦੀ ਖੁਆਰੀ ਹੋਣੀ ਸ਼ੁਰੂ ਹੋ ਗਈ। ਭਟਕ ਗਿਆ, ਰੁਲ ਗਿਆ, ਕਦੇ ਗੰਦ ਜੜ ਗਿਆ, ਕਦੇ ਟੋਏ 'ਚ, ਕਦੇ ਕਿਤੇ ਕਦੇ ਕਿਤੇ। ਜਿੱਧਰੋਂ ਹਵਾ ਆਈ ਪਤਾ ਨਹੀਂ ਹਵਾ ਕਿੱਧਰ ਕਿੱਧਰ ਉਹਨੂੰ ਚੱਕ ਕੇ ਲਈ ਫਿਰਦੀ ਆ। ਇਸ ਗੱਲ ਨੂੰ ਆਪਾਂ ਇਉਂ ਸਮਝਣਾ ਵੀ ਜਿਹੜਾ ਮਨੁੱਖ ਗੁਰੂ ਨਾਲ ਜੁੜਿਆ ਹੋਇਆ, ਗੁਰੂ ਅੱਗੇ ਬੇਨਤੀ ਕਰਦਾ, ਹੇ ਪ੍ਰਭੂ ਜੀ ਮੇਰੀ ਪੈਜ, ਮੇਰੀ ਇੱਜ਼ਤ, ਮੇਰੀ ਪੱਤ ਤੁਹਾਡੇ ਹੱਥ ਹੈ। ਉਹ ਮੂਲ ਨਾਲ ਜੁੜਨ ਕਰਕੇ ਬਚਿਆ ਰਹਿੰਦਾ, ਤੇ ਜਿਹੜਾ ਟੁੱਟ ਗਿਆ ਉਹਦੀ ਪੱਤੇ ਵਾਂਗੂ ਖੁਆਰੀ ਹੋ ਜਾਂਦੀ ਆ, ਪੱਤੇ ਦੇ ਵਾਂਗ। ਬਸ ਇੱਥੋਂ ਸਿੱਧ ਹੁੰਦਾ ਜਿਨ੍ਹਾਂ ਦੀ ਫਿਰ ਮੂਲ ਨਾਲੋਂ ਮੁਹੱਬਤ ਟੁੱਟ ਗਈ, ਆਪਣਾ ਆਪਾ ਤੋੜ ਲਿਆ, ਤੇ ਦੁਬਾਰਾ ਮੂਲ ਨਾਲ ਜੁੜਨ ਦਾ ਉਹਨਾਂ ਨੂੰ ਚਾਂਸ ਨਹੀਂ ਮਿਲਦਾ। ਸ਼ਾਇਦ ਇਹ ਗੁਣ ਪ੍ਰਭੂ ਪਰਮਾਤਮਾ 'ਚ ਤਾਂ ਹੈਗਾ ਗਾ, ਉਹ ਦੁਬਾਰਾ ਜੋੜ ਲੈਂਦਾ, ਐਸੀ ਗੱਲ ਨਹੀਂ ਵੀ ਨਹੀਂ ਜੋੜਦਾ, ਪਰ ਅਸੀਂ ਜੁੜਦੇ ਨਹੀਂ। ਪਰ ਜਿਹੜਾ ਰੁੱਖ ਆ, ਰੁੱਖ ਦੇ ਵਿੱਚ ਇਹ ਗੁਣ ਨਹੀਂ ਹੈ। ਜਿਹੜੀ ਟਹਿਣੀ ਟੁੱਟ ਗਈ ਨਾ, ਪੱਤਾ ਟੁੱਟ ਗਿਆ, ਫਲ ਟੁੱਟ ਗਿਆ, ਫੁੱਲ ਟੁੱਟ ਗਿਆ, ਤੇ ਦੁਬਾਰਾ ਉਹ ਜੁੜਦਾ ਨਹੀਂ। ਅਸੀਂ ਜਿੰਨਾ ਮਰਜ਼ੀ ਲੱਖ ਯਤਨ ਕਰ ਲਈਏ, ਜੋ ਮਰਜ਼ੀ ਕਰੀਏ ਨਾ ਕਰੀਏ, ਦੁਬਾਰਾ ਮੂਲ ਨਾਲ ਨਹੀਂ ਜੁੜ ਸਕਦੇ। ਮੂਲ ਨਾਲ ਜੁੜੇ ਦੇ ਵਿੱਚ ਹੀ ਸੁਗੰਧੀ ਸੀ, ਮੂਲ ਨਾਲ ਜੁੜੇ ਦੇ ਵਿੱਚ ਹੀ ਹਰਿਆ ਭਰਿਆ ਰੰਗ ਸੀ, ਮੂਲ ਨਾਲ ਜੁੜੇ ਹੋਏ ਦੇ ਵਿੱਚ ਹੀ ਰੌਣਕ ਸੀ। ਤੇ ਜਦੋਂ ਮੂਲ ਨਾਲ ਟੁੱਟ ਗਿਆ, ਬੇਰੌਣਕਾ ਹੋ ਗਿਆ, ਸੁਗੰਧੀ ਉੱਡ ਗਈ, ਹਰਿਆ ਭਰਿਆ ਰੰਗ ਖਤਮ ਹੋ ਗਿਆ। ਇਵੇਂ ਜਿਵੇਂ ਦੋ ਮਨੁੱਖਾ, ਇੱਕ ਆਪਣੇ ਮੂਲ ਨਾਲ ਜੁੜਿਆ ਹੋਇਆ, ਉਹਨੂੰ ਗੁਰਮੁਖ ਕਿਹਾ ਜਾਂਦਾ, ਤੇ ਇੱਕ ਮੂਲ ਨਾਲੋਂ ਟੁੱਟ ਗਿਆ ਤੇ ਉਹਨੂੰ ਮਨਮੁਖ ਕਿਹਾ ਜਾਂਦਾ ਹੈ। ਮੂਲ ਨਾਲ ਜੁੜੇ ਹੋਇਆਂ ਦੀ ਪੈਜ, ਇੱਜ਼ਤ ਉਹ ਮਾਲਕ ਬਚਾਉਂਦਾ ਹੈ, ਤੇ ਮੂਲ ਨਾਲੋਂ ਟੁੱਟੇ ਹੋਇਆਂ ਦੀ ਇੱਜ਼ਤ ਖਿਲਰ ਜਾਂਦੀ ਹੈ। ਤੇ ਜਿਨ੍ਹਾਂ ਦੀਆਂ ਇੱਜ਼ਤਾਂ ਖਿਲਰੀਆਂ ਪਈਆਂ ਨੇ, ਤੇ ਉਹਨਾਂ ਦਾ ਨਕਸ਼ਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ। ਜਿਨ੍ਹਾਂ ਦੀ ਇੱਜ਼ਤ ਬਣੀ ਹੋਈ ਆ, ਉਹਨਾਂ ਦਾ ਨਕਸ਼ਾ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ। ਦੋਵੇਂ ਤਰ੍ਹਾਂ ਆਪਣੇ ਸਾਹਮਣੇ ਆ। ਇੱਥੇ ਦੋਵਾਂ ਦਾ ਜ਼ਿਕਰ ਕੀਤਾ। ਫਿਰ ਉਹ ਪ੍ਰਭੂ ਪਰਮਾਤਮਾ ਆਪਣੇ ਮੂਲ ਨਾਲ ਜੁੜੇ ਹੋਏ ਲੋਕਾਂ ਦੀ ਮਦਦ ਵੀ ਕਰਦਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਦੇਖੋ, ਜਿੰਨਾ ਟਾਈਮ ਪੱਤਾ ਰੁੱਖ ਦੇ ਨਾਲ ਜੁੜਿਆ ਹੋਇਆ, ਤੇ ਰੁੱਖ ਦੀ ਖੁਦ ਦੀ ਜ਼ਿੰਮੇਵਾਰੀ ਹੈ, ਉਹਦੇ ਤੱਕ ਸਾਰੀ ਪਾਣੀ ਦੀ, ਹਰੇ ਭਰੇ ਰੰਗ ਦੀ, ਖੁਸ਼ਬੂ ਦੀ, ਫੁੱਲ ਤੱਕ ਜਿਹੜੀ ਭਾਵ ਪਹੁੰਚ ਕਰਵਾਉਣੀ ਆ, ਉਹ ਰੁੱਖ ਦੀ ਆਪਣੀ ਤਾਕਤ ਹੈ, ਆਪਣੀ ਸਮਰੱਥਾ ਹੈ, ਆਪਣੀ ਜ਼ਿੰਮੇਵਾਰੀ ਹੈ ਉਹਦੀ। ਤੇ ਜਿੱਦੇ ਮੂਲ ਨਾਲੋਂ ਫੁੱਲ ਟੁੱਟ ਗਿਆ, ਪੱਤਾ ਟੁੱਟ ਗਿਆ, ਫਲ ਟੁੱਟ ਗਿਆ, ਫਿਰ ਉਹਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਆ। ਇਵੇਂ ਜਿਵੇਂ ਬੰਦਾ ਗਾ ਜਿਹੜਾ ਗੁਰੂ ਰੂਪੀ ਮੂਲ ਨਾਲ ਜੁੜਿਆ ਹੋਇਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਿਨ੍ਹਾਂ ਨੇ ਮੂਲ ਨੂੰ ਪਛਾਣਿਆ ਹੋਇਆ ਤੇ ਆਪਣੇ ਮੂਲ ਨਾਲ ਜੁੜੇ ਹੋਏ ਨੇ, ਜ਼ਿੰਮੇਵਾਰੀ ਫਿਰ ਗੁਰੂ ਦੀ ਆ। ਜ਼ਿੰਮੇਵਾਰੀ ਫਿਰ ਮੇਰੇ ਮਾਲਕ ਦੀ ਆ, ਮੇਰੇ ਸੱਚੇ ਪਾਤਸ਼ਾਹ ਦੀ ਆ। ਤੇ ਜਿਨ੍ਹਾਂ ਤੇ ਜ਼ਿੰਮੇਵਾਰੀ ਰੱਬ ਦੀ ਹੋ ਜਾਵੇ ਨਾ, ਤੇ ਉਹਨਾਂ ਦੀ ਜ਼ਿੰਦਗੀ 'ਚ ਭਟਕਣਾ ਨਹੀਂ ਹੁੰਦੀ। ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਕਈ ਵਾਰ ਆਪਾਂ ਦੇਖਦੇ ਹਾਂ
ਫੁੱਲ ਆਪਣੇ ਮੂਲ ਨਾਲੋਂ ਟੁੱਟ ਗਿਆ ਤੇ ਗੁਆਂਢੀ ਫੁੱਲ ਕਵੇ ਨਾ ਮੈਂ ਜ਼ਿੰਮੇਵਾਰੀ ਲੈ ਲੈਣਾ, ਇਹ ਨਹੀਂ ਹੋ ਸਕਦਾ ਕਿ ਹੋ ਜਾਊਗਾ। ਨਿਗਾਹ ਮਾਰ ਕੇ ਵੇਖੋ, ਇੱਕ ਦਰਖਤ ਨਾਲੋਂ ਪੱਤਾ ਟੁੱਟਿਆ ਤੇ ਦੂਜਾ ਦਰਖਤ ਤੋਂ ਪੱਤੇ ਨੂੰ ਸੰਭਾਲਦਾ ਨਹੀਂ ਹੈ। ਜੇ ਕਵੇ ਮੈਂ ਜ਼ਿੰਮੇਵਾਰੀ ਲੈ ਲੈਣਾ ਤੇ ਸ਼ਾਇਦ ਉਹ ਦਰਖਤ ਝੱਖ ਮਾਰ ਰਿਹਾਗਾ, ਉਹਦੇ ਪੱਲੇ ਕੁਛ ਨਹੀਂ ਹੈ। ਬਸ ਆਹੀ ਕਹਾਣੀ ਆ, ਆਪਣੇ ਮੂਲ ਨਾਲੋਂ ਟੁੱਟ ਕੇ, ਆਪਣੇ ਮੇਨ ਰੁੱਖ ਨਾਲੋਂ ਟੁੱਟ ਕੇ, ਆਪਣੇ ਮੇਨ ਜੜ ਨਾਲੋਂ ਪਾਸੇ ਹੋ ਕੇ, ਤਣੇ ਨਾਲੋਂ ਮੁੱਢ ਨਾਲੋਂ ਪਾਸੇ ਹੋ ਕੇ ਹੋਰ ਕਿਸੇ ਦਰਖਤ ਨੂੰ ਪੱਤਾ ਨਹੀਂ ਨਾ ਜਿਵੇਂ ਆਪਣਾ ਮਾਲਕ ਬਣਾ ਸਕਦਾ, ਇਵੇਂ ਅਸੀਂ ਵੀ ਗੁਰੂ ਦਾ ਸਿੱਖ ਵੀ ਗੁਰਮੁਖ ਵੀ ਕਿਸੇ ਨੂੰ ਆਪਣਾ ਮਾਲਕ ਨਹੀਂ ਬਣਾ ਸਕਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਆਪਾਂ ਗੁਰੂ ਨਾਲ ਜੁੜੇ ਰਹੀਏ, ਮੂਲ ਨਾਲ ਜੁੜੇ ਰਹੀਏ ਤਾਂ ਸਾਡੀ ਜ਼ਿੰਦਗੀ 'ਚ ਭਟਕਣਾ ਖੁਆਰੀ ਨਹੀਂ ਹੋਵੇਗੀ। ਫਿਰ ਪਾਤਸ਼ਾਹ ਜ਼ਿਕਰ ਕੀ ਕੀਤਾ ਸੀ ਜੋ ਆਪਾਂ ਪੜ੍ਹ ਰਹੇ ਸੀ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ। ਜ਼ਿੰਮੇਵਾਰੀ ਆਪਾਂ ਉਧਾਰ ਲੈਤੀ ਸੀ ਦਰਖਤ ਦੀ ਆ, ਪੱਤੇ ਤੱਕ ਪਾਣੀ ਦੀ ਸਪਲਾਈ ਭੇਜਣੀ, ਪੱਤੇ ਤੱਕ ਰਸ ਭੇਜਣਾ, ਫੁੱਲ ਤੱਕ ਸੁਗੰਧੀ ਭੇਜਣੀ, ਫੁੱਲ ਤੱਕ ਮਕਰੰਦ ਰਸ ਭੇਜਣਾ। ਇਹ ਪੌਦੇ ਦੀ ਦਰਖਤ ਦੀ ਆਪਣੀ ਜ਼ਿੰਮੇਵਾਰੀ ਆ। ਤੇ ਜਦੋਂ ਅਸੀਂ ਗੁਰੂ ਦੇ ਕੋਲੇ ਆ ਨਾ, ਨਜ਼ਦੀਕ ਆ, ਮਾਲਕ ਨਾਲ ਜੁੜੇ ਹੋਏ ਆ, ਤੇ ਫਿਰ ਸਾਡੇ ਗੁਰੂ ਦੀ ਜ਼ਿੰਮੇਵਾਰੀ ਆ, ਜਿਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ। ਜਦੋਂ ਗੱਲ ਕੀਤੀ ਨਾ ਆਪੇ ਨਾਮ ਜਪਾਵੈ, ਫਿਰ ਜ਼ਿੰਮੇਵਾਰੀ ਜਦੋਂ ਵਾਹਿਗੁਰੂ ਦੀ ਆ, ਆਪ ਹੀ ਬਖਸ਼ਿਸ਼ ਕਰਨੀ ਆ ਉਹਨੇ। ਫਿਰ ਉਹਨੇ ਮਾਲਕ ਨੇ ਬਖਸ਼ਿਸ਼ ਕਰਨੀ ਜਦੋਂ ਜ਼ਿੰਮੇਵਾਰੀ ਉਹਦੀ ਆ। ਜਦੋਂ ਵਾਹਿਗੁਰੂ ਨੂੰ ਅਸੀਂ ਆਪਣਾ ਮੁੱਢ ਆਪਣਾ ਮੂਲ ਮੰਨ ਲਿਆ, ਜਿੰਨਾ ਟਾਈਮ ਮੰਨਦੇ ਨਹੀਂ ਉਹਨਾਂ ਟਾਈਮ ਸਾਡੀ ਖੁਆਰੀ ਹੈ। ਸੋ ਗੁਰੂ ਬਖਸ਼ਿਸ਼ ਕਰੇ, ਆਪਾਂ ਖੁਆਰ ਨਾ ਹੋਈਏ, ਆਪਾਂ ਭਟਕ ਗਏ ਨਾ, ਆਪਾਂ ਰੁਲਈਏ ਨਾ। ਜਿਵੇਂ ਆਲਣੇ ਚੋਂ ਡਿੱਗਿਆ ਬੋਟ ਰੁਲ ਜਾਂਦਾ ਨਾ, ਆਲਣੇ ਚੋਂ ਡਿੱਗਿਆ ਬੋਟ ਰੁਲ ਜਾਂਦਾ ਤੇ ਕੀੜੀਆਂ ਖਿੱਚ ਕੇ ਲੈ ਜਾਂਦੀਆਂ, ਹਿਸਾਬ ਲਾ ਲਓ। ਤੇ ਅੰਦਾਜ਼ਾ ਆਪਾਂ ਆਪ ਲਾਉਣਾ ਵੀ ਸਾਨੂੰ ਕੀੜੀਆਂ ਤਾਂ ਨਹੀਂ ਚੁੰਬੜ ਗਈਆਂ, ਜੇ ਕੀੜੀਆਂ ਚੁੰਬੜ ਗਈਆਂ ਤਾਂ ਅਸੀਂ ਆਨੇ ਦੇ ਨਹੀਂ ਹਾਂ। ਸ਼ਾਇਦ ਇਸ ਗੱਲ ਨੂੰ ਆਪਾਂ ਨੂੰ ਵੇਖਣਾ ਪੈਣਾ, ਗੁਰੂ ਨਾਲੋਂ ਟੁੱਟ ਕੇ ਸਾਨੂੰ ਕੀੜੀਆਂ ਚੁੰਬੜ ਜਾਂਦੀਆਂ ਨੇ, ਮੂਲ ਨਾਲੋਂ ਟੁੱਟ ਕੇ ਸਾਡੀ ਖੁਆਰੀ ਹੁੰਦੀ ਹੀ ਹੁੰਦੀ ਹੈ। ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਛਾਣ ਕਰੀਏ। ਸਾਡਾ ਜੀਵਨ ਕਿਤੇ ਬੋਟ ਵਰਗਾ ਨਾ ਬਣ ਜਾਏ, ਸਾਡਾ ਜੀਵਨ ਕਿਤੇ ਪੱਤੇ ਵਰਗਾ ਨਾ ਬਣ ਜਾਏ, ਸਾਡਾ ਜੀਵਨ ਕਿਤੇ ਟੁੱਟੇ ਹੋਏ ਫੁੱਲ ਵਰਗਾ ਨਾ ਬਣ ਜਾਏ ਜਿਹਨੂੰ ਪੈਰਾਂ ਵਿੱਚ ਹੀ ਲਤਾੜਿਆ ਜਾਂਦਾ। ਜੁੜੇ ਦੀ ਕਦਰ ਸੀ ਤੇ ਪਰ ਟੁੱਟੇ ਦੀ ਕੋਈ ਕਦਰ ਨਹੀਂ, ਪੈਰਾਂ 'ਚ ਲਤੜਦਾ। ਬਸ ਇਸ ਗੱਲ ਨੂੰ ਸਮਝਿਓ, ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ। ਉਹ ਵਾਹਿਗੁਰੂ ਫਿਰ ਆਪਣੇ ਭਗਤਾਂ ਦੀ ਆਨ ਆਪ ਰੱਖਦਾ। ਆਨ ਤੇ ਆਨ ਤੋਂ ਭਾਵ ਕੀ ਹੈ? ਇੱਜ਼ਤ, ਲਾਜ, ਪੈਜ, ਪੱਤ, ਇਹ ਆਨ ਹੈ। ਠੀਕ ਹੈ ਨਾ? ਭਾਵ ਕੀ ਹੈ? ਉਹ ਵਾਹਿਗੁਰੂ ਆਪ ਬਖਸ਼ਿਸ਼ ਕਰਦਾ, ਆਪਣੇ ਭਗਤਾਂ ਦੀ ਆਪ ਇੱਜ਼ਤ ਬਚਾਉਂਦਾ ਹੈ ਜਦੋਂ ਉਹਦੀ ਜ਼ਿੰਮੇਵਾਰੀ ਆ। ਜਦੋਂ ਜ਼ਿੰਮੇਵਾਰੀ ਚੱਕੀ ਗਈ ਫਿਰ ਖਤਮ ਆ। ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਫਿਰ ਵਾਹਿਗੁਰੂ ਜੀ ਦੇ ਹੁਕਮ ਵਿੱਚ ਜਿੱਥੇ ਜਿੱਥੇ ਵੀ ਕੋਈ ਕਾਰਜ ਕਰਦਾ ਉੱਥੇ ਉਹਨੂੰ ਸਫਲਤਾ ਮਿਲਦੀ ਹੀ ਮਿਲਦੀ ਹੈ। ਬਸ ਇੰਨੀ ਕਹਾਣੀ ਹੈ। ਮੂਲ ਨਾਲੋਂ ਟੁੱਟਣ ਵਾਲੇ ਖੁਆਰ ਹੋ ਜਾਂਦੇ ਨੇ, ਇੱਜ਼ਤ ਰੁਲ ਜਾਂਦੀ ਹੈ। ਮੂਲ ਨਾਲ ਜੁੜੇ ਹੋਏ ਖੁਆਰ ਨਹੀਂ ਹੁੰਦੇ, ਉਹਨਾਂ ਦੀਆਂ ਇੱਜ਼ਤਾਂ ਰੁਲਦੀਆਂ ਨਹੀਂ ਹਨ, ਉਹਨਾਂ ਤੇ ਬਖਸ਼ਿਸ਼ਾਂ ਹੋ ਜਾਂਦੀਆਂ ਨੇ। ਫਿਰ ਪਾਤਸ਼ਾਹ ਜੀ ਕਹਿੰਦੇ ਆਪੇ ਹੀ ਪ੍ਰਭ ਰਾਖਤਾ, ਆਪ ਹੀ ਉਹ ਆਪਣੇ ਪ੍ਰਭੂ ਪਰਮਾਤਮਾ ਪਿਆਰਿਆਂ ਨੂੰ ਰੱਖ ਲੈਂਦਾ, ਬਚਾ ਲੈਂਦਾ। ਉਹਨਾਂ ਦੀ ਆਨ, ਉਹਨਾਂ ਦੀ ਸ਼ਾਨ ਕਾਇਮ ਰਹਿੰਦੀ ਆ, ਕਦੇ ਖਤਮ ਨਹੀਂ ਹੁੰਦੀ। ਹਾਂ, ਦੂਜਾ ਪੁਆਇੰਟ, ਉਹਨਾਂ ਦੀ ਆਨ ਤੇ ਸ਼ਾਨ ਦੇ ਖਿਲਾਫ ਬਹੁਤ ਉਪਰਾਲੇ ਕੀਤੇ ਜਾਂਦੇ ਨੇ। ਦਸਵੇਂ ਪਾਤਸ਼ਾਹ ਨੂੰ ਬਦਨਾਮ ਕਰਨ ਦੇ ਲਈ ਥੋੜਾ ਯਤਨ ਕੀਤਾ ਗਿਆ, ਨੌਵੇਂ ਪਾਤਸ਼ਾਹ ਨੂੰ ਬਦਨਾਮ ਕਰਨ ਦੇ ਲਈ ਯਤਨ ਘੱਟ ਕੀਤਾ ਗਿਆ।
सोच के देखो, गुरु नानक साहब नूं बदनाम करन दे लई यतन किन्ना कीता गया, बहुत ज़्यादा कीता गया बदनाम करन दे लई। कर सकिया कोई? दुनिया दे विच पूरे वर्ल्ड दे विच ना ये रिकार्ड आ, मेरे सच्चे सतगुरु गुरु नानक साहब दा बदनाम करन वालियां ने अड्डी चोटी दा जोर ला लिया पर कर नहीं सके। इनू की कहा जांदा? आपे ही प्रभ राखता भगतन की आन। अपने प्यारियां दी आन इज्जत रखण वाला वो आप है, कोई किसी दा कुछ बिगाड़ नहीं सकदा। हाँ, बंदे नूं कई बार इदां दे काम करन वाले बंदियां नूं ना इदां हुंदा भी मैं ऐ करके ऐ कर दूं, ऐ करके ऐ कर दूं। गुरु साहब कहंदे नहीं, उन्हां दी आन ते शान कायम रहिंदी है। बाबे नानक दी आन इज्जत शान अज भी कायम है। ठीक है ना। अगे गुरु साहब जिक्र करते ने, जो जो चितवै साध जन सो लेता मान। जो जो चितवै, चितवै तो भाव की है, जो फिर अपने मूल नाल जुड़िया हुआ है ना, वो जो जो चितवदा है, जो जो उहनूं भाउंदा है, जिवें जिवें उहनूं चंगा लगदा है। देखो उदाहरण की आ, बच्चे नूं चंगा लगदा गा, कहंदा मैनूं दुध चाहीदा, भावना बच्चे दी, बच्चा बोलिया नहीं, अंदरों ध्यान नाल ही संपर्क कीता मां नाल, ते मां ने झट बच्चे दी मंग पूरी करती। बच्चा बोलिया नहीं है, उन्हें अपने पुत दी, अपने बच्चे दी मंग पूरी करती। इवें जिवें गुरु साहब जी कहंदे, फिर जिहड़े आन ते शान कायम रख के जिंदगी आज़ादी वाली जिंदगी जिउंदे आ ना, कहंदे फिर उन्हां दी भावना नूं गुरु नानक साहब जां गुरु ग्रंथ साहिब ओ रब जी प्यारा प्रभु परमात्मा उन्हां दी भावना नूं आप सुन लैंदा, नेड़े हो के सुन लैंदा। तुहाडा किस चीज़ नूं चित करदा, तुहाडी भावना की है, तुहाडी भावना नूं सिजदा है। बच्चे ने मंग कीती ना, मां ने मंग पूरी करती। इवें जिवें असीं जो चितवदे हां, रब नूं चेते करदे आ, कोई मंग मंगण दा फुरना बनदा है तां साडे ओ बोल गुरु सुन लैंदा है, साडी भावना पूरी कर दिंदा है। पहली गल तां माड़ी भावना बनदी नहीं, दूजी गल ओ वाहिगुरू आप नेड़े हो के सुणदा। इत्थे लिखिया पातशाह ने, जो जो चितवै साध जन, गुरु दे गुरु प्यारे, साध गुरु जन गुरमुख, गुरु दे गुरमुख प्यारे, जो चितवदे हन, फिर की है सो लेता मान। सो लेता मान तो भाव की है, सतगुरु पातशाह जी कहंदे उन्हां नूं फिर ओ मालक परमात्मा आप मान बख्शदा है, वडियाई बख्शदा है। गुलाब दे फुल दा मान, वडियाई, इज्जत ओदी बस मूल नाल जुड़न करके, या मूल नालों टुट गया ते मान वडियाई खत्म हो गई। फिर तां बेचारा पैरां च रुल जांदा, सुबह तक झाड़ू ਵੱਜ जांदा, इकट्ठा कीता रूढ़ी ते वग जांदा गा। जगह कित्थे मिल गई? कूड़े दे ढेर ते मिल गई। जिहदे कोले लोक आके ना गद गद हो उठदे सी, वाह किन्नी सोहणी खुशबू आ ना, हुण कित्थे बैठा हो? रूढ़ी ते बैठा गा। सोच के देखो, जिहड़ा मूल नूं टुट गया ना, गैरां दी झोली च जा बैठा। गैर कौन ने? डेरेदार। गैरां दी झोली विच जा बैठा, ओदा टिकाणा गुरु कोले नहीं, ओदा टिकाणा रूढ़ी ते हुंदा गा, गंद ते हुंदा, उसदा टिकाणा कूड़े करकट ते हुंदा। पातशाह कहंदे इदां नहीं, तेरी आन ते तेरी शान कायम करन वाला, तैनूं मान देण वाला इक्को एक है, वो है प्रभु परमात्मा। पर ये मान, ये आन, ये शान किवें वधेगी? अगे गुरु साहब पॉइंट दसदे ने, कर धर मस्तक थापिया, नाम दीनो दान। कहंदे ये मान वडियाई इज्जत इयों वधदी है भाई, इयों। कर, कर मीनज हथ, कर तो भाव हथ, कर धर मस्तक, ओ वाहिगुरू परमात्मा ना साडे सिर ते, साडे मत्थे ते अपना मेहर दा हथ रख लैंदा,
ਆਪਣੀ ਕਿਰਪਾ ਦਾ ਹੱਥ। ਚਲੋ ਇਸ ਵਿਸ਼ੇ ਤੋਂ ਤੁਸੀਂ ਜਾਣੋ ਵੀ ਕਿਰਪਾ ਦਾ ਹੱਥ ਕਿਹੜਾ ਹੁੰਦਾ। ਇਹਦੇ ਤੇ ਬੋਲਣ ਦੀ ਆਪਾਂ ਨੂੰ ਲੋੜ ਨਹੀਂ ਹੈ। ਆਪਾਂ ਬੜੇ ਵਾਰੀ ਵਿਚਾਰ ਕੀਤੀ ਆ। ਇਹ ਕਹਿੰਦੇ ਨਾ, ਹੀ ਵਾਹਿਗੁਰੂ ਜੀ ਸਾਡੇ ਤੇ ਮਿਹਰ ਭਰਿਆ ਹੱਥ ਰੱਖੋ, ਤਾਂ ਉਹ ਰੱਬ ਜੀ ਦਾ, ਪ੍ਰਭੂ ਪਰਮਾਤਮਾ ਦਾ ਮਿਹਰ ਭਰਿਆ ਹੱਥ ਕਿਹੜਾ ਗਾ? ਸ਼ਬਦ, ਗਿਆਨ, ਵਿਚਾਰ, ਇਹ ਮਿਹਰ ਭਰਿਆ ਹੱਥ ਆ। ਇੱਥੇ ਨਹੀਂ ਟਿਕਦਾ, ਇਹ ਅੰਦਰ ਟਿਕਦਾ ਹੈ। ਦੁਨੀਆ ਦਾ ਹੱਥ ਸਿਰ ਤੇ ਟਿਕਦਾ, ਸਿਰ ਤੇ ਹੱਥ ਧਰਨ ਵਾਲੇ ਵੀ ਇੱਜ਼ਤ ਨੂੰ ਹੱਥ ਪਾ ਲੈਂਦੇ ਨੇ। ਰੱਬ ਸਿਰ ਤੇ ਹੱਥ ਨਹੀਂ ਧਰਦਾ, ਗੁਰੂ ਸਿਰ ਤੇ ਹੱਥ ਨਹੀਂ ਧਰਦਾ, ਤੇ ਗੁਰੂ ਸਿਰ ਤੇ ਹੱਥ ਧਰਨ ਵਾਲਿਆਂ ਦੇ ਵਿਰੋਧ ਚ ਵੀ ਆ। ਤੇ ਗੁਰੂ ਤਾਂ ਨਾ ਦਿਮਾਗ ਵਿੱਚ ਆਪਣੀ ਵਿਚਾਰਧਾਰਾ ਦਾ ਹੱਥ ਧਰਦਾ। ਗੁਰੂ ਆਪਣੀ ਵਿਚਾਰਧਾਰਾ ਦਾ, ਗਿਆਨ ਦਾ ਸਾਡੇ ਦਿਮਾਗ 'ਚ ਹੱਥ ਧਰਦਾ ਗਾ, ਦਿਮਾਗ ਵਿੱਚ। ਤੇ ਇਹ ਹੱਥ ਆਪਾਂ ਸਾਰਿਆਂ ਨੇ ਧਰਾਉਣਾ ਗਾ। ਤੇ ਜੇ ਹੱਥ ਨਾ ਧਰਾਵਾਂਗੇ, ਬਾਹਰੀ ਹੱਥ ਜਿੰਨਾ ਮਰਜ਼ੀ ਧਰਾਈ ਚੱਲੋ, ਕਿਸੇ ਬਾਬੇ ਤੋਂ ਧਰਾ ਲਓ, ਕਿਸੇ ਲੀਡਰ ਤੋਂ ਧਰਾ ਲਓ, ਕਿਸੇ ਅਮੀਰ ਤੋਂ ਧਰਾ ਲਓ, ਕਿਸੇ ਤੋਂ ਧਰਾ ਲਓ, ਬਾਹਰੀ ਤੌਰ ਤੇ ਹੱਥ ਕੰਮ ਨਹੀਂ ਕਰਦਾ। ਜਦੋਂ ਵਿਚਾਰਧਾਰਾ, ਗੁਰੂ ਦਾ ਗਿਆਨ, ਗੁਰੂ ਦਾ ਨਾਮ ਸਾਡੇ ਦਿਮਾਗ 'ਚ ਟਿਕ ਗਿਆ ਨਾ, ਇਹਨੂੰ ਕਹਿੰਦੇ ਆ ਗੁਰੂ। ਰੱਬ ਜੀ ਸਾਡੇ ਤੇ ਹੱਥ ਧਰ ਲੈਂਦਾ, ਮਿਹਰ ਭਰਿਆ। ਆਹ ਹੱਥ ਆਪਾਂ ਧਰਨਾ ਗਾ। ਹੁਣ ਟੱਬਰ ਹੋਵੇ ਨਸ਼ਈ, ਆਪੋ ਧਾਪੀ, ਸੋਚ ਕੇ ਦੇਖੋ, ਬੜੇ ਟੱਬਰ ਹੁੰਦੇ ਨੇ ਇਦਾਂ ਦੇ, ਹਨਾ। ਤੇ ਕੰਧਾਂ ਤੇ ਲਿਖ ਲਾਇਆ ਪਿਆ ਹੋਵੇ, ਹੇ ਵਾਹਿਗੁਰੂ ਜੀ ਇਸ ਪਰਿਵਾਰ ਤੇ ਨਾ ਮਿਹਰ ਭਰਿਆ ਹੱਥ ਰੱਖਿਓ। ਕੰਧਾਂ ਤੇ ਲਿਖ ਲਾਇਆ ਪਿਆ ਹੋਵੇ। ਕਿੰਨਾ ਕੁ ਸੱਚ ਦਾ ਪੈਮਾਨਾ ਤੁਸੀਂ ਮੰਨ ਸਕਦੇ ਹੋ ਵੀ ਹਾਂ ਵਾਕਈ ਇਸ ਪਰਿਵਾਰ ਦੇ ਵਿੱਚ ਉਹ ਰੱਬ ਜੀ, ਉਹ ਪਰਮਾਤਮਾ ਮਿਹਰ ਭਰਿਆ ਹੱਥ ਰੱਖ ਲੈਣ? ਕਿੰਨਾ ਕੁ ਰੱਖਣਗੇ? ਨਹੀਂ ਰੱਖਦੇ। ਸ਼ਰਾਬਾਂ ਪੀਣੀਆਂ, ਨਸ਼ੇ ਕਰਨੇ, ਗਲਤ ਬੋਲਣਾ, ਗਲਤ ਸੋਚ ਦੀ ਤਮੰਨਾ ਰੱਖਣੀ, ਭਾਵਨਾ ਰੱਖਣੀ, ਰੱਬ ਤਾਂ ਨੇੜੇ ਤੇੜੇ ਵੀ ਨਹੀਂ ਆਉਂਦਾ। ਆਵੇਗਾ ਕਿਵੇਂ? ਜਦੋਂ ਸਾਰੇ ਪਰਿਵਾਰ ਦਾ ਮੂੰਹ ਗੁਰੂ ਵੱਲ ਹੋ ਗਿਆ, ਬੰਦੇ ਵੱਲ ਨਹੀਂ। ਪਰ ਚੇਤਾ ਰੱਖੋ, ਗੱਲ ਲਾਜ਼ਮੀ ਕਵਾਂਗੇ ਵੀ ਅੱਜ ਸਾਡਾ ਮੂੰਹ ਬੰਦੇ ਵੱਲ ਆ, ਗੁਰੂ ਵੱਲ ਨਹੀਂ ਹੈ। ਮੂੰਹ ਗੁਰੂ ਕੰਨੀ ਕਰਨ ਦੀ ਲੋੜ ਆ, ਬੰਦੇ ਦਾ ਕੀ ਆ? ਹੁਣ ਸਾਡਾ ਗਾ ਬਿੰਦ ਗੁਰੂ ਕਿਸੇ ਹੋਰ ਦਾ। ਬੰਦੇ ਤਾਂ ਕੋਈ ਵੱਡੀ ਆਸ ਨਹੀਂ ਨਾ ਬੰਦੇ ਤੇ ਰੱਖ ਸਕਦੇ ਆਪਾਂ। ਬੰਦੇ ਦਾ ਕਿਆ ਹੈ? ਨਾਲੇ ਜ਼ਿਆਦਾਤਰ ਸਾਡਾ ਮੂੰਹ ਬੰਦੇ, ਚਲੋ ਸੰਗਤ ਵੱਲ ਵੀ ਨਹੀਂ ਹੁੰਦਾ, ਸੰਗਤ ਵੀ ਗੁਰੂ ਦਾ ਰੂਪ ਆ। ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਆ, ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ। ਆਪਾਂ ਆਮ ਹੀ ਕਹਿ ਦਿੰਦੇ ਆ ਵੀ ਸੰਗਤ ਵੱਧ ਕੇ ਆ। ਸਾਡਾ ਮੂੰਹ ਸੰਗਤ ਵੱਲ ਵੀ ਨਹੀਂ ਹੁੰਦਾ, ਸਾਡਾ ਮੂੰਹ ਤਾਂ ਕਿਸੇ ਚੌਧਰੀ ਵੱਲ ਹੁੰਦਾ ਗਾ, ਜਿੱਥੇ ਜਾ ਕੇ ਸਾਡੀ ਖੁਆਰੀ ਹੋ ਜਾਂਦੀ ਆ, ਬਰਬਾਦ ਹੋ ਜਾਂਦੇ ਆ। ਚੌਧਰੀਆਂ ਕੰਨੋਂ ਜਦੋਂ ਮੂੰਹ ਪਾਸੇ ਹੋ ਗਿਆ ਨਾ, ਬਖਸ਼ਿਸ਼ਾਂ ਫੇਰ ਹੋਣੀਆਂ ਨੇ, ਫੇਰ ਗੁਰੂ ਦੀ ਕਿਰਪਾ ਹੋਣੀ ਆ ਆਪਣੇ ਆਪ ਤੇ। ਜਦੋਂ ਮਾਲਕ ਵੱਲ ਸਾਡਾ ਮੂੰਹ ਹੋ ਗਿਆ ਤੇ ਗੁਰੂ ਨੇ ਸਾਡੇ ਦਿਮਾਗ 'ਚ ਆਪਣੇ ਗਿਆਨ ਦਾ, ਵਿਚਾਰ ਦਾ ਹੱਥ ਧਰ ਲਿਆ। ਹੁਣ ਪੜੋ ਆਪਾਂ ਦੁਬਾਰਾ ਪੰਕਤੀ। ਕਰ ਧਰ ਮਸਤਕ ਥਾਪਿਆ। ਕਰ ਹੱਥ, ਧਰ ਧਰਤੇ, ਮਸਤਕ ਮੱਥੇ ਤੇ ਬਾਹਰ ਨਹੀਂ ਅੰਦਰ। ਮੱਥੇ ਤੋਂ ਅੰਦਰ ਦੇਖਣਾ ਕੀ ਆ? ਦਿਮਾਗ। ਦਿਮਾਗ 'ਚ ਉਹਨੇ ਹੱਥ ਧਰਤਾ, ਫਿਰ ਕੀ ਆ? ਥਾਪਿਆ। ਮੈਨੂੰ ਬਹੁਤ ਸੋਹਣਾ ਨਮੂਨਾ ਬਣਾਤਾ, ਥਾਪਤਾ, ਜਿਹਨੂੰ ਆਪਾਂ ਕਹਿ ਦਈਏ ਥਾਪਤਾ, ਥਾਪਿਆ। ਫਿਰ ਅੱਗੇ ਨਾਮ ਦੀਨੋ ਦਾਨ, ਉਹਨੇ ਦਾਨ ਦੇ ਵਿੱਚ ਨਾਮ ਦਿੱਤਾ। ਅਸੀਂ ਦਾਨ 'ਚ ਕੀ ਮੰਗਦੇ ਆ? ਇਹ ਵੀ ਭੁਲੇਖਾ ਨਾ, ਫਰਕ ਆ। ਹੁਣ ਭੁੱਖ ਰੋਟੀ ਦੀ ਆ, ਮੰਗੀ ਕੁਛ ਹੋਰ ਜਾਈਏ, ਗੱਲ ਨਹੀਂ ਬਣਦੀ। ਪਿਆਸ ਲੱਗੀ ਆ ਨਾ, ਪਾਣੀ ਪੀਣ ਨੂੰ ਚਿੱਤ ਮੰਨਦਾ, ਪਰ ਮੰਗੀ ਕੁਛ ਹੋਰ ਜਾਈਏ, ਗੱਲ ਨਹੀਂ ਬਣੇਗੀ। ਇਵੇਂ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਨਾ, ਤੇਰੀ ਮੰਗ ਕੀ ਆ ਇਹ ਸੋਚ, ਤੈਨੂੰ ਦੇ ਕੀ ਰਿਹਾ ਤੂੰ ਇਹ ਵੇਖ। ਤਾਈਓ ਪਾਤਸ਼ਾਹ ਨੇ ਲਿਖਿਆ, ਕਦੇ ਮੰਗ ਨਾ ਮੰਗੀ, ਹੋ ਸਕਦਾ ਜਿਹੜੀ ਤੂੰ ਮੰਗਦਾ ਨਾ ਇਹ ਗੁਰੂ ਦੇ ਕੇ ਰਾਜੀ ਨਾ ਹੋਵੇ, ਗੁਰੂ ਦੇ ਕੇ ਰਾਜੀ ਨਾ ਹੋਵੇ। ਤੇ ਉਹ ਮੰਗ ਜਿਹੜੀ ਗੁਰੂ ਆਪੇ ਦਿੰਦਾ, ਵੀ ਤੂੰ ਆਪ ਹੀ ਦੇਣੀ ਹੈ, ਮੈਂ ਨਹੀਂ ਕੁਛ ਵੀ ਮੰਗਣਾ। ਨਾ, ਲੋੜ ਹੀ ਨਹੀਂ ਹੈ। ਬਹੁਤ ਕੁਝ ਦਿੱਤਾ, ਮੈਨੂੰ ਰੋਟੀ ਮਿਲ ਜਾਂਦੀ ਹੈ, ਜਲ ਪਾਣੀ ਮਿਲ ਜਾਂਦਾ, ਮੇਰਾ ਪਰਿਵਾਰ ਐਡਾ ਤਕੜਾ, ਐਡਾ ਸੋਹਣਾ ਪਰਿਵਾਰ, ਮੈਨੂੰ ਦਾਤਾਂ ਮੰਗਣ ਦੀ ਲੋੜ ਨਹੀਂ। ਤੂੰ ਮੈਨੂੰ ਉਹ ਦਾਤ ਦੇ ਜਿਹੜੀ ਤੈਨੂੰ ਚੰਗੀ ਲੱਗਦੀ ਆ, ਫਿਰ ਉਹ ਬਖਸ਼ਿਸ਼ ਕਰਦਾ।
ठीक है ना। फिर पातशाह जी कहते कर दीनो दान, कहते फिर वो परमात्मा ना आही दात सब तो वड्डी हरेक मनुख नूं दिंदा। जिवें होमोपैथिक दवाई है ना, ਉਹਦੇ चिट्टियां ही गोलियां हरेक नूं मिली जांदियां, कोई आ जाए सब नूं इक्को जिहियां मिली जांदियां। इत्थे भी वाहिगुरू जी ना ज्ञान दी दात सब नूं दिंदे, ज्ञान विचारधारा सोहना जीवन आ दान दिंदे आ। हो सकदा ताइयों असीं इस भुलेखे च असीं कुछ होर मंग रहे हैं, वो कुछ होर देहा। सेवा करत होए निहकामी तिसको होत प्राप्त स्वामी, वो तां कहंदा तूं मैनूं ही घरे लै चल, कहंदा बाकी छड्ड। अच्छा कोई बैंक दा मालक सरकारी गैर सरकारी कोई भी आ, असीं कहिए जी सानूं 2 रुपये सैंकड़े ते 5 रुपये सैंकड़े ते लोन दे दो, साडी मंग इह होवे उदाहरण, ਤੇ ਅਗਲਾ ਕਵੇ ਯਾਰ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ, ਜਿੰਨਾ ਬੈਂਕ ਦੇ ਵਿੱਚ ਪੈਸਾ ਪਿਆ ਨਾ ਸਮੇਤ ਬੈਂਕ ਦੇ ਮੈਂ ਸਾਰੂਗੀ ਤੇਰੇ ਨਾਂ ਲਵਾਉਣ ਨੂੰ ਫਿਰਦਾਗਾ, ਤੂੰ ਆਪਦੇ ਨਾਂ ਲਵਾ ਲਾ, ਤੇ ਸਾਡੀ ਮੰਗ ਕੀ ਆ, ਮੈਨੂੰ ਲੋਨ ਦੇ ਦੇ। ਬੈਂਕ ਦਾ ਮਾਲਕ ਕਹਿੰਦਾ ਬੈਂਕ ਰੱਖ ਲਾ। ਹੁਣ ਦੱਸੋ ਉਹ ਸਹੀ ਆ ਕਿ ਅਸੀਂ ਸਹੀ ਆ? ਸੋਚਣਾ ਤਾਂ ਪੈਣਾ ਹੀ ਹੈ ਨਾ। ਅਸੀਂ ਗੁਰੂ ਕੋਲੇ ਆਉਣੇ, ਗੁਰੂ ਤਾਂ ਕਹਿੰਦਾ ਮੈਂ ਸਾਰਾ ਕੁਝ ਦੇਣ ਨੂੰ ਤਿਆਰ ਆ, ਤੈਨੂੰ ਵਿੱਚੇ ਮੈਨੂੰ ਲੈ ਜਾ, ਵਿੱਚੇ ਸਮੇਤ ਮੈਨੂੰ ਲੈ ਜਾ। ਤੇ ਅਸੀਂ ਕੀ ਕਹੀ ਜਾਂਦੇ ਆ, ਸਾਨੂੰ ਤਾਂ ਕੱਲਾ ਲੋਨ ਹੀ ਦੇ ਦੇ ਬਸ। ਸਾਡਾ ਧਿਆਨ ਤਾਂ ਅਜੇ ਬਹੁਤ ਛੋਟਾ ਖੜਾ ਗਾ। ਜੇ ਛੋਟਾ ਖੜਾ ਨਾ ਧਿਆਨ ਤਾਂ ਹੀ ਉਹ ਠੋਕਰਾਂ ਖਾਂਦੇ, ਠੋਕਰਾਂ ਵੀ ਨਹੀਂ ਵੱਜਦੀਆਂ ਹੈਗੀਆਂ। ਜਿਨ੍ਹਾਂ ਦੇ ਜੀਵਨ ਚ ਅਣਗਹਿਲੀ ਆ ਜੇ ਨਾ, ਠੋਕਰਾਂ ਉਹੀ ਖਾਂਦੇ ਨੇ, ਜਿਨ੍ਹਾਂ ਦੇ ਜੀਵਨ ਚ ਸੁਚੇਤ ਪਾਣਾ ਠੋਕਰ ਨਹੀਂ ਖਾਂਦੇ ਹੈਗੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਸਫਲ ਸੇਵਾ ਪਾਰ ਬ੍ਰਹਮ ਕੀ, ਇੱਥੇ ਗੱਲ ਕੀਤੀ ਹੈ ਪਾਰ ਬ੍ਰਹਮ ਰੱਬ ਜੀ, ਉਹ ਮਾਲਕ ਦੀ ਸੇਵਾ ਜਿਹੜੀ ਹੈ ਉਹ ਭਾਈ ਸਫਲ ਆ। ਜਾਂ ਆਪਾਂ ਇਉਂ ਵੀ ਪੜ੍ਹਦੇ ਹਾਂ ਨਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਚਲੋ ਵਾਹਿਗੁਰੂ ਭਲਾ ਕਰੇ। ਤੁਸੀਂ ਸਾਰੇ ਬੜੇ ਸਿਆਣੇ ਹੋ, ਸੂਝਵਾਨ ਹੋ, ਬੜੇ ਸਮਝਦਾਰ ਹੋ। ਜੋ ਆਪਾਂ ਗੁਰਬਾਣੀ ਪੜ੍ਹਦੇ ਆ ਨਾ, ਵਿਚਾਰ ਕਰਦੇ ਆ, ਮੇਰੇ ਦਿਮਾਗ ਦੇ ਮੁਤਾਬਕ ਮੈਂ ਦੱਸ ਰਿਹਾਗਾ ਵੀ ਬਾਕੀ ਤੁਹਾਨੂੰ ਜੋ ਚੰਗਾ ਲੱਗਦਾ ਉਹਨੂੰ ਸਿਜਦਾ। ਆਪੋ ਆਪਣੀ ਭਾਵਨਾ ਹੁੰਦੀ ਆ, ਕਿਸੇ ਦੀ ਕੋਈ ਭਾਵਨਾ, ਕਿਸੇ ਦੀ ਕੋਈ ਭਾਵਨਾ, ਪਰ ਲੜੀ ਬਣ ਜੇ ਨਾ ਉਹ ਵਧੀਆ ਹੁੰਦੀ ਆ। ਵੀ 1 ਨੰਬਰ ਤੇ ਆ ਸੁਣਾਇਆ ਸੀਗਾ, 2 ਨੰਬਰ ਤੇ ਪੁਆਇੰਟ ਆ ਸੀ, 3 ਤੇ ਆ ਸੀ, ਉਹ ਬਣ ਜਾਂਦੀ ਆ ਇੱਕ ਕਹਾਣੀ, ਸਟੋਰੀ ਬਣ ਜਾਂਦੀ ਆ। ਜਦੋਂ ਅਸੀਂ ਆਪਣੇ ਦਿਮਾਗ 'ਚ ਸਟੋਰੀ ਬਣਾ ਲਈ ਨਾ, ਫਿਰ ਉਹਨੂੰ ਭੁੱਲਾਂਗੇ ਨਹੀਂ। ਜਿਵੇਂ ਅੱਜ ਦੀ ਸਟੋਰੀ ਬਣਾ ਲਓ, ਆਪਾਂ ਥੋੜਾ ਜਿਹਾ ਨਮੂਨਾ ਬਣਾ ਲਈਏ। ਨੰਬਰ 1 ਤੇ ਰਹਾਓ ਵਾਲਾ ਬੰਦ ਵਿਚਾਰਿਆ, ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਤੇਰੀ ਆਨ ਤੇ ਸ਼ਾਨ ਗੁਰੂ ਨੇ ਵਧਾਉਣੀ ਆ। ਬਸ ਗੱਲ ਖਤਮ ਆ। ਜਿੱਥੇ ਮਰਜੀ ਧੱਕੇ ਖਾਇਆ, ਜਿੱਥੇ ਮਰਜੀ ਧੱਕੇ ਖਾ, ਜਿੱਥੇ ਮਰਜੀ, ਗੱਲ ਹੀ ਖਤਮ ਆ। ਜਿੱਥੇ ਮਰਜੀ ਜਾਵੜਾ, ਗੁਰੂ ਤੋਂ ਬਿਨਾ ਤੇਰੀ ਇੱਜ਼ਤ ਦਾ ਮੁੱਲ ਹੀ ਨਹੀਂ ਪੈਣਾ। ਲੋਕ ਇੱਜ਼ਤ ਰੋਲ ਤਾਂ ਸਕਦੇ ਆ, ਪਰ ਇੱਜ਼ਤ ਦਾ ਮੁੱਲ ਨਹੀਂ ਪਾ ਸਕਦੇ। ਕੋਈ ਵੀ ਵੀਰ, ਕੋਈ ਵੀ ਭੈਣ ਬਾਅਦ ਵਿੱਚ ਮੈਨੂੰ ਦੇਖੋ, ਆਵਾਜ਼ ਦੂਰ ਵੀ ਜਾ ਰਹੀ ਹੈ ਨਾ, ਕੋਈ ਬਾਅਦ ਵਿੱਚ ਜ਼ਰੂਰ ਦੱਸ ਕੇ ਜਾਇਓ ਵੀ ਫਲਾਣੇ ਥਾਂ ਤੇ ਫਲਾਣੇ ਬੰਦੇ ਦੀ ਇੱਜ਼ਤ ਦਾ ਮੁੱਲ ਪੈ ਗਿਆ, ਇੱਜ਼ਤ ਦਾ ਮੁੱਲ ਪੈ ਗਿਆ। ਕਿਤੇ ਨਹੀਂ, ਅੱਜ ਤੱਕ ਦੁਨੀਆ ਦਾ ਇਹ ਰਿਕਾਰਡ ਬਣੀ ਨਹੀਂ ਵੀ ਫਲਾਣੇ ਥਾਂ ਤੇ ਬੰਦੇ ਨੇ ਬੰਦੇ ਦੀ ਇੱਜ਼ਤ ਦਾ ਮੁੱਲ ਪਾਇਆ। ਇੱਜ਼ਤਾਂ ਖੁਆਰ ਤਾਂ ਹੁੰਦੀਆਂ ਨੇ, ਇੱਜ਼ਤਾਂ ਦਾਅ ਤੇ ਤਾਂ ਲੱਗ ਜਾਂਦੀਆਂ ਨੇ, ਪਰ ਮੁੱਲ ਨਹੀਂ ਪੈਂਦਾ ਇਹਦਾ। ਅਸਲੀ ਮੁੱਲ ਗੁਰੂ ਪਾਉਂਦਾ। ਦੂਜਾ ਪੁਆਇੰਟ ਸੀ ਵੀ ਆਪਾਂ ਗੁਰੂ ਨਾਲ ਜੁੜੇ ਰਹੀਏ। ਗੁਰੂ ਨਾਲੋਂ ਟੁੱਟਣ ਕਰਕੇ ਹੀ ਖੁਆਰੀ ਹੈ, ਗੁਰੂ ਨਾਲੋਂ ਟੁੱਟਣ ਕਰਕੇ ਖੁਆਰੀ ਆ ਸਾਡੀ ਜ਼ਿੰਦਗੀ 'ਚ, ਤੇ ਗੁਰੂ ਨਾਲ ਜੁੜਨ ਕਰਕੇ ਸਾਡੀ ਜ਼ਿੰਦਗੀ 'ਚ ਰੌਣਕ ਹੈ। ਪੱਤਾ ਦਰਖਤ ਨਾਲ ਜੁੜ ਕੇ ਹਰਿਆ ਭਰਿਆ ਗਾ, ਫੁੱਲ ਪੌਦੇ ਨਾਲ ਜੁੜ ਕੇ ਹੀ ਸੁਗੰਧੀ ਦੇ ਰਿਹਾ। ਪੌਦੇ ਨਾਲੋਂ ਟੁੱਟ ਜੇ ਨਾ ਸੁਗੰਧੀ 2-4 ਘੰਟਿਆਂ ਵਿੱਚ ਖਤਮ ਆ ਉਹਦੀ। ਤੋਂ ਆਪਾਂ ਉਦਾਹਰਨ ਲੈ ਲਈ ਸੀ। ਅਸੀਂ ਗੁਰੂ ਰੂਪੀ ਰੁੱਖ ਨਾਲ ਜੁੜੇ ਰਹੀਏ ਤੇ ਜ਼ਿੰਮੇਵਾਰੀ ਗੁਰੂ ਦੀ ਆ ਸਾਡੇ 'ਚ ਗੁਣ ਪੈਦਾ ਕਰਨ ਦੀ। ਸਾਡੀ ਆਣ ਤੇ ਸ਼ਾਨ ਵਧਾਉਣ ਦੇ ਲਈ ਜ਼ਿੰਮੇਵਾਰੀ ਗੁਰੂ ਦੀ ਆ। ਪੱਤੇ ਤੱਕ ਹਰਾ ਰੰਗ ਭੇਜਣ ਦੇ ਲਈ, ਪਾਣੀ ਭੇਜਣ ਦੇ ਲਈ, ਪੱਤੇ ਤੱਕ, ਇਹ ਸਾਰੀ ਜ਼ਿੰਮੇਵਾਰੀ ਰੁੱਖ ਦੀ ਆ, ਮੁੱਢ ਦੀ ਆ, ਮੂਲ ਦੀ ਆ। ਫੁੱਲ ਤੱਕ ਖੁਸ਼ਬੂ ਭੇਜਣ ਦੀ ਜ਼ਿੰਮੇਵਾਰੀ ਨਾ ਪੌਦੇ ਦੀ ਆ, ਉਹਦੀ ਜ਼ਿੰਮੇਵਾਰੀ ਆ, ਉਹਨੇ ਆਪੇ ਫੁੱਲ ਤੱਕ ਖੁਸ਼ਬੂ ਭੇਜਣੀ ਆ। ਜਿੱਦੇ ਫੁੱਲ ਟੁੱਟ ਗਿਆ ਨਾਲੋਂ ਉਹ ਖੁਸ਼ਬੂ ਦੇਣੋਂ ਹਟ ਜਾਂਦਾ। ਜਿੱਦੇ ਅਸੀਂ ਗੁਰੂ ਨੂੰ ਟੁੱਟ ਗਏ ਤੇ ਉਹ ਕਹਿੰਦਾ ਜਾ ਪਰੇ ਜਿੱਥੇ ਮਰਜੀ ਜਾ।
समझ गए ना। फिर अगली उदाहरण गुरु साहब ने दी सी, कर धर मस्तक थापिया। फिर वो वाहिगुरू ना साडे सिर ते मेहर भरिया हथ रख लैंदा। वो आ सिर ते हथ नहीं धरदा, वो तां ना दिमाग दे विच हथ धरदा। ओदा हथ किहड़ा गा, ओदी विचार, ओदा ज्ञान, वो साडे दिमाग 'च टका दिंदा। ते आपां इह भावना ना बना के रखीए भी वो हथ कड्डूगा ते फिर साडे सिर ते धरूगा ना, वो दिमाग दे विच ज्ञान धर दिंदा। सेवा करत होए निहकामी तिसको होत प्राप्त स्वामी। फिर चौथा पॉइंट आ वो आपां पढ़ लिया सीगा। चौथा पॉइंट सेवा ते आया, सफल सेवा पार ब्रह्म की। ते जदों सेवा ते गल आउंदी आ, सानूं सारिआं नूं सौखीआं सौखीआं कहाणीआं जां सौखे सौखे हवाले याद आ जांदे आ, ध्यान च आ जांदे आ, है ना। पातशाह कहते सफल सेवा सतगुर की। फिर अगे कहते ने ताकि नहीं हान। दुनिया दे हर काम विच हानि है, कोई भी काम कर लो, हरेक दे विच जिथे लाभ आ ना उत्थे हानि भी है। ਇਹ ਗੱਲ ਤੁਸੀਂ ਜ਼ਰੂਰ ਆਪਣੇ ਦਿਮਾਗ ਵਿੱਚ ਵਿਚਾਰ ਕੇ ਵੇਖੋ ਵੀ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਕੰਮ ਹੈ ਜਿਹਦੇ ਵਿੱਚ ਹਾਨੀ ਨਾ ਹੋਵੇ। ਮੰਨ ਕੇ ਚਲੋ 1-2 ਸਕਿੰਟ ਆਪਾਂ ਆਪਣੇ ਦਿਮਾਗ ਨੂੰ ਪੁੱਛੋ। ਆਪਾਂ ਤਾਂ ਇੱਕ ਪਿੰਡ ਵਿੱਚ ਰਹਿਣ ਵਾਲੇ ਆ ਨਾ, ਇੱਕ ਥਾਂ ਤੇ ਰਹਿਣ ਵਾਲੇ ਆ। ਇਹ ਗੱਲ ਕਿਸੇ ਬਿਜ਼ਨਸਮੈਨ ਨੂੰ ਪੁੱਛ ਲਓ, ਹੀਰਿਆਂ ਦੇ ਵਪਾਰੀ ਨੂੰ ਪੁੱਛ ਲਓ, ਸਭ ਤੋਂ ਵੱਡਾ सोने चांदी दे व्यापारी नूं पुछ लो, सोने चांदी दे व्यापारी नूं पुछ लो भी तुहानूं लाभ ही लाभ आ के हानि भी है किते। किसी कपड़े दे व्यापारी नूं पुछ लो भी तुहानूं लाभ ही लाभ आ के हानि भी है किते। किसी भी व्यापारी नूं पुछ लो हानि है, वो कहंदा हैगी आ। जिथे लाभ आ ना हानि तां पक्की आ। पर दुनिया दे विच इक्को ही काम आ जिहदे विच हानि है ही नहीं। ਜਿਹਦੇ ਚ ਹਾਨੀ ਨਹੀਂ ਉਹ ਕੀਤਾ ਨਹੀਂ, ਜਿਹਦੇ ਚ ਹਾਨੀ ਹੈ ਉਹ ਅਸੀਂ ਛੱਡਿਆ ਨਹੀਂ। ਫਰਕ ਇੱਥੇ ਪੈ ਗਿਆ, ਹਨਾ। ਜਿਹੜੇ ਕੰਮ ਚ ਹਾਨੀ ਨਹੀਂ ਨਾ ਹੈ ਉਹ ਕੰਮ ਅਸੀਂ ਕੀਤੇ ਹੀ ਨਹੀਂ। ਗੁਰੂ ਨਾਲ ਜੁੜਨ ਚ ਕੋਈ ਹਾਨੀ ਨਹੀਂ, ਕੋਈ ਸਾਨੂੰ ਘਾਟਾ ਨਹੀਂ ਹੈ, ਗੁਰੂ ਦੀ ਸੇਵਾ ਚ ਘਾਟਾ ਨਹੀਂ ਹੈ। पर ठीक आ भी असी करते नहीं। हाँ ते गुरु की सेवा की आ, सतगुर की सेवा सफल है जे को करे चित लाए। मन चिंदिया फल पावना हौमे विचों जाए। मान लो मैं आ व्यापारी सोने दा, मेरे मन च की ख्याल आया ये मैं 50,000 नूं खरीदिया, मान लो तोला ला लो उदाहरण, मान लो एक ते बेचूंगा 60,000 नूं, मेरी भावना, पर मेरी भावना पूरी नहीं हुई। अगला कहंदा ना बाजार दा रेट देख भरावा की हैगा, इन्ना थोड़ी चलदा हुंदा हैगा। सब्जी ते ला लो, किसे किसे गल ते ला लो, जो सोचिया वो नहीं होया। पर एक गुरु दी सेवा जिहड़ी करन दे नाल जो सोचेगा वो मिलूगा। इन्हूं दोने गल्लां नूं कंपैरिजन करके देखो। गुरु दी सेवा च हानि नहीं है, जे हानि है वो गुरु करके नहीं, वो साडी वजह करके आ। जे किते हानि है ना वो गुरु करके नहीं, वो साडी अपनी वजह करके हो सकती आ। सानू खुद नूं घाटा असीं कह सकदे आ, सेवा बड़ा लंबा टाइम कीती है मिलिया कुछ नहीं गा। पर गुरु नहीं कहंदा, वो कहंदा तू गौर करके वेख, ये तां सारे जवाखां नूं गल कहनी चाहीदी है जिहड़ी तू कहना गा। मान लो आपां पहली तो पंजवीं, पंजवीं तो 10वीं 12वीं, उदों गाहां फिर अगली पढ़ाई चल पई। बच्चे पढ़े है ना, एक ग्रुप सी, एक दिन पहली दे विच 50 बच्चिआं दा, फिर अगे ग्रुप घटदा 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 एंड ते जाके 2-4 बच्चे रह गए एंड ते जाके। ते ਇਹ ਗੱਲ ਜਿਹੜੀ ਅਸੀਂ ਕਹਿੰਦੇ ਆ ਨਾ ਇਹ ਤਾਂ ਬੱਚਿਆਂ ਨੂੰ ਕਹਿਣੀ ਚਾਹੀਦੀ ਹੈ, ਪਰ ਬੱਚੇ ਸਾਡੇ ਨਾਲ ਸਿਆਣੇ ਆ, ਉਹਨਾਂ ਨੇ ਨਹੀਂ ਕਿਹਾ ਵੀ ਸਕੂਲ 'ਚ ਜਾ ਕੇ ਸਾਨੂੰ ਕੁਝ ਨਹੀਂ ਮਿਲਿਆ। ਹਾਲਾਂਕਿ ਮਿਲਿਆ ਵੀ ਕੁਝ ਨਹੀਂ, ਇੱਥੇ ਡੰਡੇ ਵਜਾਉਂਦੇ ਫਿਰਦੇ ਆ, ਮਿਲਿਆ ਵੀ ਕੁਝ ਨਹੀਂ, ਇੱਥੇ ਹੀ ਫਿਰਦੇ ਨੇ। ਪਰ ਉਹਨਾਂ ਨੇ ਨਹੀਂ ਕਿਹਾ ਵੀ ਸਾਨੂੰ ਸਕੂਲ ਵਿੱਚ ਜਾ ਕੇ ਕਾਲਜ ਵਿੱਚ ਜਾ ਕੇ ਕੁਝ ਨਹੀਂ ਮਿਲਿਆ। ਮਿਲਿਆ ਪਰ ਪੂਰੇ 50 ਦੇ 50 ਨੂੰ ਨਹੀਂ ਮਿਲਿਆ, ਵਿੱਚੋਂ 1-2 ਨਹੀਂ ਮਿਲਿਆ। ਇਹ ਵੀ ਅੰਕੜੇ ਅਸੀਂ ਕੱਢ ਸਕਦੇ ਆ। ਸੇਵਾ ਭਾਵਨਾ ਨਾਲ ਕਰੀਏ, ਹੋ ਸਕਦਾ ਸਾਡਾ ਨਾਂ ਉਹਨਾਂ 1 2 4 5 ਵਿੱਚ ਆ ਜਾਵੇ ਤੇ ਅਸੀਂ ਵੀ ਸਫਲਤਾ ਖੱਟ ਸਕਦੇ ਆ। ठीक है ना। वो फिर इत्थे पॉइंट की वरत्या जाएगा। स्कूल दे विच तां पोजीशनां 3 ਦੀਆਂ ਪੈਣੀਆਂ, क्लास दे विच तां इत्थे वधदी भी पै सकदी आ। इत्थे सैकड़े होण, 1000 होण, ਲੱਖ होण, जिन्नी मर्जी होवे पोजीशन पवेगी, पर काम की करना पू, आ काम करना पू। सतगुर की सेवा सफल है, सफल तांगी, सफल तो भाव की है प्राप्ति, प्राप्ति तां होवेगी
ਕਾਮਯਾਬੀ ਤਾਂ ਹੋਵੇਗੀ, ਲਾਭ ਤਾਂ ਹੋਵੇਗਾ। ਅਗਲੇ ਦ੍ਰਿਸ਼ਟਾਂਤ ਨੂੰ ਧਿਆਨ ਨਾਲ ਦੇਖੋ, ਅਗਲੇ ਹਵਾਲੇ ਨੂੰ, ਪਹਿਲੇ ਹਵਾਲੇ ਨੂੰ ਨਹੀਂ ਵੇਖਣਾ ਆਪਾਂ, ਅੱਧ ਦੇ ਵਿੱਚੋਂ ਨਾ ਦੂਸਰੇ ਪੁਆਇੰਟ ਨੂੰ ਧਿਆਨ ਨਾਲ ਵੇਖਣਾਗਾ। ਅੱਗੇ ਕੀ ਲਿਖਿਆ, ਜੇ ਕੋ ਕਰੇ ਚਿੱਤ ਲਾਏ, ਜੀ ਲਾ ਕੇ ਕਰਨੀ ਹੈ ਨਾ, ਤੇ ਚਿੱਤ ਕਿੱਥੇ ਆ, ਜੀ ਕਿੱਥੇ ਆ, ਇਹ ਦੇਖਣਾ ਪਊ, ਫਿਰ ਫੇਲ ਹੋ ਗਏ। ਟੀਚਰ ਵੀ ਕਹਿੰਦਾ ਹੁੰਦਾ ਨਾ, ਜੀ ਲਾ ਕੇ ਪੁੱਤ ਪੜੋ, ਜੀ ਲਾ ਕੇ, ਤੇ ਗੁਰੂ ਵੀ ਕਹਿੰਦਾ ਜੀ ਲਾ ਕੇ ਸੇਵਾ ਕਰ। ਤੇ ਸਤਿਗੁਰ ਦੀ ਸੇਵਾ ਕੀ ਹੈ, ਗੁਰ ਕੀ ਸੇਵਾ ਸ਼ਬਦ ਵਿਚਾਰ, ਸਭ ਤੋਂ ਉੱਤਮ ਸੇਵਾ ਸ਼ਬਦ ਵਿਚਾਰ। ਚਲੋ ਅੱਗੇ ਇੱਥੇ ਸੇਵਾ ਦਾ ਬਲ ਸਿਖਾਇਆ ਜਾਂਦਾ ਹੈਗਾ, ਤਰੀਕਾ, ਚਲੋ ਉਹ ਤੁਸੀਂ ਸਾਰੇ ਜਾਣਦੇ ਹੋ, ਮੇਰੀਆਂ ਭੈਣਾਂ ਵੀਰ ਸਾਰੇ ਸਮਝਦੇ ਹੋ। ਪਾਤਸ਼ਾਹ ਨੇ ਇੱਕ ਨਹੀਂ ਅਨੇਕ ਹੀ ਹਵਾਲੇ ਸਤਿਗੁਰ ਦੀ ਸੇਵਾ ਸੰਬੰਧੀ ਦਿੱਤੇ ਨੇ, ਪਰ ਜਿਨ੍ਹਾਂ ਨੇ ਸੇਵਾ ਚਿੱਤ ਲਾ ਕੇ ਕੀਤੀ, ਉਹਨਾਂ ਨੇ ਜੋ ਸੋਚਿਆ ਹੋਇਆ, ਜੋ ਸੋਚਿਆ ਹੋ ਗਿਆ। ਜਿਵੇਂ ਵੀ ਉਹਨਾਂ ਨੇ ਤਮੰਨਾ ਰੱਖੀ, ਭਾਵਨਾ ਰੱਖੀ, ਗੁਰੂ ਨੂੰ ਚੇਤੇ ਕੀਤਾ ਨਾ, ਤੇ ਗੁਰੂ ਆ ਕੇ ਮਿਲਿਆ। ਠੀਕ ਆ ਨਾ। ਉਹ ਭਾਵੇਂ ਹਵਾਲਾ ਭਾਈ ਰੂਪੇ ਤੇ ਸਾਧੇ ਦਾ ਲੈ ਲਓ, ਭਾਵੇਂ ਹਵਾਲਾ ਉਹ ਭਾਈ ਤੀਰਥ ਦਾ ਲੈ ਲਓ, ਭਾਵੇਂ ਹਵਾਲਾ ਉਹ ਭਾਈ ਉਹ ਵਹਿਲੋ ਦਾ ਲੈ ਲਓ, ਭਾਵੇਂ ਹਵਾਲਾ ਉਹ ਚਾਚਾ ਫੱਗੂ ਦਾ ਲੈ ਲਓ। ਸ਼ਸ਼ਰਾਮਾ ਇਲਾਕੇ ਦਾ ਸੀ ਨਾ, ਬਿਹਾਰ ਦੇ ਵਿੱਚ ਹੈਗਾ ਚਾਚਾ ਫੱਗੂ, ਜਿਹਨੇ ਸੋਚ ਬਣਾਈ ਸੀ ਆਪਣੀ, ਕੀ ਸੀ ਤਾਂ ਇਹ ਗਰੀਬ ਪਰਿਵਾਰ ਦਾ ਹੀ, ਲੋੜਵੰਦ ਪਰਿਵਾਰ ਦਾ ਸੀ, ਪਰ ਸੀ ਗੁਰੂ ਦਾ ਮਸੰਦ। ਮਸੰਦ ਤੋਂ ਭਾਵ ਸੇਵਾਦਾਰ, ਪ੍ਰਚਾਰਕ। ਇਹ ਬਿਹਾਰ ਇਲਾਕੇ ਦੇ ਵਿੱਚੋਂ ਨਾ ਗੁਰੂ ਵਾਸਤੇ ਸੇਵਾ ਕਰਦਾ ਹੁੰਦਾ ਸੀ, ਦਸਵੰਧ ਇਕੱਠਾ ਕਰਦਾ ਹੁੰਦਾ ਸੀ। ਤੇ ਅੰਦਰ ਭਾਵਨਾ ਕੀ ਆ, ਆਨੰਦਪੁਰ ਸਾਹਿਬ ਮੈਂ ਨਹੀਂ ਆਉਂਦਾ, ਮੈਂ ਨਹੀਂ ਆਉਂਦਾ, ਤੂੰ ਆ ਜੀ। ਭਾਵਨਾ ਆ ਗਈ। ਸੱਚ ਜਾਣਿਓ, ਜੇ ਭਾਵਨਾ ਇਹ ਆ ਨਾ, ਕਦੇ ਵਕਤ ਬਣਿਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਖੁਦ ਦੇ ਘਰ ਵਿੱਚ ਪਹੁੰਚੇ ਨੇ। ਭਾਵਨਾ ਕੀ ਹੈ, ਮੈਥੋਂ ਨਹੀਂ ਆਇਆ ਜਾਣਾ, ਤੂੰ ਆਪੇ ਆ ਜੀ। ਕਦੇ ਕਸ਼ਮੀਰ ਵਾਲੀ ਮਾਈ ਜੱਸੀ ਵੀ ਕਹਿੰਦੀ ਆ, ਖੇਸ ਤਿਆਰ ਕੀਤਾ ਪਿਆ, ਤੂੰ ਆਪ ਹੀ ਆ ਜੀ, ਹੈ ਨਾ। ਮਾਤਾ ਹਰਦੇਈ ਨੇ ਵੀ ਕਦੇ ਕਿਹਾਗਾ, ਹੈ ਨਾ, ਆ ਜੀ ਮਾਲਕਾ, ਤੂੰ ਆਪ ਹੀ ਆ ਜੀ। ਦੇਖੋ ਕਿੱਥੇ ਕਿੱਥੇ ਜਾ ਕੇ ਸਾਨੂੰ ਦ੍ਰਿਸ਼ਟਾਂਤ ਗੁਰੂ ਪਾਤਸ਼ਾਹ ਨੇ ਦਿੱਤੇ ਨੇ, ਪਰ ਇਹ ਗੱਲ ਨੂੰ ਆਪਾਂ ਵੀ ਆਪਣੇ ਧਿਆਨ 'ਚ ਜ਼ਰੂਰ ਰੱਖਣਾ। ਇਹ ਪਾਤਸ਼ਾਹ ਸਾਡੀ ਵੀ ਭਾਵਨਾ ਇਦਾਂ ਦੀ ਬਣ ਜੇ। ਕਹਿੰਦੇ ਨਾ, ਜਦੋਂ ਚਾਚੇ ਫੱਗੂ ਨੇ ਕਿਹਾ ਵੀ 9ਵੇਂ ਪਾਤਸ਼ਾਹ ਆਪ ਮੇਰੇ ਘਰ ਦੇ ਵਿੱਚ ਆਉਣਗੇ, ਇਹ ਮੈਨੂੰ ਪੱਕਾ ਯਕੀਨ ਆ, ਆਪ ਆਉਣਗੇ ਮੇਰੇ ਘਰ ਦੇ ਵਿੱਚ। ਕਿਸੇ ਕਾਰਨ ਨਾ ਇਹਦਾ ਘਰ ਕਹਿੰਦੇ ਢਹਿ ਗਿਆ, ਕਿਸੇ ਕਾਰਨ। ਤੇ ਜਦੋਂ ਦੁਬਾਰਾ ਇਹਨੇ ਉਹਨਾਂ ਟਾਈਮਾਂ ਦੇ ਵਿੱਚ, ਅੱਜ ਤੋਂ ਲਾ ਲਓ ਤੁਸੀਂ 400 ਸਾਲ ਪਿੱਛੇ ਜਾਓ, 400 ਸਾਲ, 4 ਸਦੀਆਂ, ਉਹ ਵੀ ਬਿਹਾਰ ਇਲਾਕਾ ਅੱਜ ਵੀ ਵਿਚਾਰਾ ਉਹ ਇਲਾਕਾ ਤਾਂ ਸਾਡੇ ਨਾਲੋਂ ਬਹੁਤ ਪਿੱਛੇ ਆ, ਪਛੜਿਆ ਹੋਇਆ। ਇਹਨੇ ਆਪਣਾ ਘਰ ਨਾ, ਮਕਾਨ ਉਹਨਾਂ ਟਾਈਮਾਂ ਦੇ ਵਿੱਚ ਦਰਵਾਜ਼ਾ ਵੱਡਾ ਬਣਾਇਆ ਸੀ, ਗੇਟ ਕਹਿ ਲੋ, ਵੱਡਾ ਗੇਟ ਬਣਾਇਆ ਸੀਗਾ। ਲੋਕ ਕਹਿੰਦੇ ਤੂੰ ਹੈ ਤਾਂ ਦਿਹਾੜੀਦਾਰ, ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲਾ, ਐਡਾ ਵੱਡਾ ਦਰਵਾਜ਼ਾ ਦੱਸ ਤੈਂ ਕਿਉਂ ਬਣਾਇਆ ਹੈਗਾ। ਪਰ ਵਾਹਿਗੁਰੂ ਭਲਾ ਕਰੇ, ਗੁਰੂ ਦੇ ਸਿੱਖਾਂ ਦੀ ਇਹ ਆਪਣੀ ਮੌਜ ਆ। ਕਹਿੰਦੇ ਆ ਲੋਕ, ਤਾਂ ਐਡਾ ਵੱਡਾ ਕੀ ਕਰਨਾ ਸੀ, ਕਹਿੰਦੇ ਆ ਨਾ ਲੋਕ। ਸੋ ਵਾਹਿਗੁਰੂ ਭਲਾ ਕਰੇ। ਇੱਥੇ ਬਹੁਤ ਉਦਾਹਰਨਾਂ ਦੇ ਸਕਦਾ, ਪਰ ਨਹੀਂ, ਇੱਕੋ ਹੀ ਇਸ਼ਾਰਾ। ਤੁਸੀਂ ਜਿੰਨੇ ਆਪਾਂ ਬੈਠੇ ਆ ਨਾ, ਸਾਰੇ ਮੱਧ ਵਰਗ ਦੇ ਆ। ਤੁਸੀਂ ਥੋੜਾ ਜਿਹਾ ਨਾ ਆਮ ਪਿੰਡ ਨਾਲੋਂ ਚੰਗਾ ਕੰਮ ਕਰਕੇ ਦਿਖਾ ਦਿਓ, ਚੰਗਾ ਘਰ ਪਾਲੋ, ਚੰਗੀ ਗੱਡੀ ਲਿਆਓ, ਚੰਗਾ ਮੋਟਰਸਾਈਕਲ ਲਿਆਓ, ਲੋਕ ਪਤਾ ਕੀ ਕਹਿਣਗੇ, ਸ਼ਾਬਾਸ਼ੀ ਨਹੀਂ ਕੋਈ ਦਿੰਦਾ ਆ ਕੇ ਵੀ ਧੰਨਵਾਦ ਭਾਈ, ਤੂੰ ਵੀ ਭਾਵ ਕਿਸੇ ਅਮੀਰ ਦੇ ਬਰੋਬਰ ਦਾ ਹੋ ਗਿਆ। ਕੋਈ ਨਹੀਂ ਕਹਿੰਦਾ, ਇੱਕ ਵੀ ਕਹਿ ਕੇ ਦਿਖਾ ਦੇ, ਕੀ ਕਹਿਣਗੇ, ਤੂੰ ਐਡਾ ਵੱਡਾ ਕੀ ਕਰਨਾ ਸੀ ਘਰ, ਐਂ ਕਹਿਣਗੇ ਨਾ, ਤੂੰ ਐਡਾ ਵੱਡਾ ਸਾਧਨ ਕੀ ਕਰਨਾ ਸੀਗਾ, ਤੈਨੂੰ ਕੀ ਲੋੜ ਸੀਗੀ। ਐਵੇਂ ਜਿਵੇਂ ਜਾ ਕੇ ਚਾਚੇ ਫੱਗੂ ਨੂੰ ਕਹੀ, ਚਾਚਾ ਫੱਗੂ ਮਤਲਬ ਕਿ ਵਡੇਰੀ ਉਮਰ ਦਾ ਹੋਣ ਕਰਕੇ ਨਾ, ਇਹਨੂੰ ਸਾਰੇ ਪਿਆਰ ਨਾਲ ਚਾਚਾ ਕਹਿੰਦੇ, ਨਾਮ ਇਹਦਾ ਫੱਗੂ ਸੀ। 9ਵੇਂ ਪਾਤਸ਼ਾਹ ਦਾ ਮਸੰਦ, ਜਾਣੀ ਕਿ ਗੁਰੂ ਘਰ ਦਾ ਸੇਵਾਦਾਰ। ਸਾਰੇ ਕਹਿੰਦੇ ਆ, ਤੈਂ ਐਡਾ ਘਰ ਪਾਲਿਆ, ਦੱਸ ਤੈਂ ਕੀ ਕਰਾਉਣਾ ਸੀ। ਉਹ ਕਹਿੰਦਾ, ਮੇਰੀਆਂ ਮੈਂ ਹੀ ਜਾਣਦਾ। ਕਹਿੰਦਾ, ਤੁਸੀਂ ਡੰਡੀਆਂ ਲੈਣੀਆਂ ਨੇ, ਤੁਸੀਂ ਦੱਸੋ ਕੀ ਕਰਾਉਣਾਗਾ। ਗੁਰੂ ਦਾ ਸਿੱਖ ਆ ਨਾ, ਜਿਵੇਂ ਭਾਈ ਤਲਕੇ ਨੇ ਕਿਹਾ ਸੀਗਾ, ਭਾਈ ਸੀ ਨਾ ਸਾਧੂ ਨੂੰ ਝਾੜ। ਇਸ ਕਰਕੇ ਉਹਦੀ ਭਾਵਨਾ ਸੀ ਵੀ ਜਦੋਂ ਗੁਰੂ ਆਊਗਾ, ਉਹਦਾ ਘੋੜੇ ਤੇ ਆਊ ਨਾ 9ਵੇਂ ਪਾਤਸ਼ਾਹ, ਵੀ ਮੇਰੇ ਬਾਰ ਚ ਆ ਕੇ ਉਤਰੇ ਨਾ, ਉਤਰੇ ਨਾ ਬਾਹਰ ਚ ਆ ਕੇ, ਮੇਰੀ ਭਾਵਨਾ ਉਤਰੇ ਨਾ, ਉਹ ਸਿੱਧਣ ਸਿੱਧਾ ਮੇਰੇ ਅੰਦਰ ਜਾਵੇ। ਤੇ ਅੰਦਰ ਜਾ ਕੇ ਪੱਕਾ ਬੈੱਡ ਬਣਾਤਾ। ਇਹ ਬੈੱਡ ਤੇ ਮਤਲਬ ਅੱਜ ਦਾ ਬੈੱਡ ਸਾਡਾ ਹੋਰ ਕਿਸਮ ਦਾ, ਉਹਦਾ ਬੈੱਡ ਕੀ ਆ, ਥੜਾ।
पक्का थड़ा बनाता। गुरु आऊगा सिद्धन सिद्धा थड़े कोले खड़ूगा, मैं विछाई करके रखूंगा ते गुरु विछाई ते बैठूगा। साडे घर विच किसी मेहमान ने आउणा होवे, असीं भी इदां दी भावना बना के रखदे ने भी गुरु आऊगा, वाहिगुरु मेहमान आऊगा ते असीं इहनूं इस कमरे दे विच बहावांगे। ते इह भावना गुरु दे सिखां दी गुरु नूं बहाउण दी सी। फिर सच जाणो गुरु साहब खुद गए सी, ऐसी गल नहीं भी नहीं गए। ते गुरु साहब बाहर गए नहीं उतरे गए, सीधे अंदर ही गए सीगे। ਉਹਦੀ ਭਾਵਨਾ ਸੀ ਵੀ ਗੁਰੂ ਦਾ ਸਿਰ ਨਾ ਲੱਗੇ ਮੇਰੇ ਛੋਟੇ ਗੇਟ 'ਚ, ਠੀਕ ਹੈ ਨਾ। ਗੁਰੂ ਦਾ ਭਾਵ ਘੋੜਾ ਸਿੱਧਨ ਸਿੱਧਾ ਅੰਦਰ ਲੰਘੇ। ਲੋਕਾਂ ਦੇ ਅੰਦਰ ਜਲਨ ਹੁੰਦੀ ਸੀ, ਦੱਸ ਕੀ ਕਰਾਉਣਾ, ਐਡਾ ਵੱਡਾ ਪਾਈ ਜਾਂ ਨੌਂ ਥੱਪੀ ਤੁਰਿਆ ਜਾਂਦਾਗਾ। ਇਹ ਭਾਵਨਾ ਕਿਹਦੀ ਆ? ਅੱਜ ਵੀ ਨਹੀਂ ਇਹ ਭਾਵਨਾ ਵਾਲੇ, ਹੈ ਨਾ। ਮਾਫ ਕਰਨਾ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਣ, ਸਭ ਨੂੰ ਮੱਤ ਦੇਣ ਜਿਹੜੇ ਈਰਖਾ ਕਰਦੇ ਆ। ਆਪਾਂ ਤਾਂ ਕਹਿੰਦੇ ਵੀ ਜਿਹੋ ਜਿਹਦੀ ਭਾਵਨਾ ਗੁਰੂ ਉਹੋ ਜਿਹਾ ਫਲ ਉਹਨੂੰ ਦੇਵੇ। ਆਪਾਂ ਵੀ ਕਹਿ ਦਿੰਦੇ ਆ ਈਰਖਾ ਕਰਨ ਵਾਲਿਆਂ ਨੂੰ ਈਰਖਾ ਦੀ ਦਾਤ ਦੇ ਦੇ, ਭਲਾ ਕਰਨ ਵਾਲਿਆਂ ਨੂੰ ਭਲੇ ਦੀ ਦਾਤ ਦੇ ਦੇ, ਚੰਗਾ ਕਰਨ ਵਾਲਿਆਂ ਨੂੰ ਚੰਗੀ ਦਾਤ। ਇਹ ਤਾਂ ਮਾਲਕ ਦਾ ਸੁਭਾਅ, ਹੈ ਨਾ। ਚਲੋ ਆਪਣੀ ਗੱਲ ਸੀ ਵੀ ਜਿਹੋ ਜੀ ਕਿਸੇ ਦੀ ਭਾਵਨਾ। ਕਦੇ ਫਿਰ ਆਪਾਂ ਨੂੰ ਪਤਾ ਵੀ ਧੋਬੀ ਦੇਵਾ ਰਾਮ, ਧੋਬੀ ਦਾ ਹੁਣ ਕੰਮ ਕੀ ਹੈ? ਕੱਪੜੇ ਧੋਣੇ, ਲੋਕਾਂ ਦੀ ਮੈਲ 'ਚ ਹੱਥ ਮਾਰਨਾ। बेचारा है तो छोटे काम का मालक ही है ना, कोई बड़ा बिजनेसमैन नहीं है, पर सतगुर की सेवा भावना सफल आ जे कोई चित करके करता है ना। कदे नौवें पातशाह नूं कहा सी, कहंदा हाँ तो मैं गरीब ही हुण तेरे कोले आ गया, मैं इदों बाद नहीं आउंदा। एक बारी आ गया ना, मैं तेरे कोले आनंदपुर साहिब एक बारी आ गया, इदों बाद नहीं आउंदा। तू आज ही मारें गेड़ा, कदे मेरे पिंड भी आ जाए गरीब दे। ते नाल ही पता की कहंदा, गरीबां दे कौन आउंदा। ते गुरु साहब हस के जो अंदर ही कहा ना गरीबां दे कौन आउंदा, गुरु नौवें पातशाह ने हस के कहंदे देवा राम आवांगे, कोई गल नहीं, जरूर आवांगे, जरूर आवांगे। पर जिद्दे ने सुन लिया सी ना, क्योंकि ये दिल्ली दे नेड़े पिंड पै गया दा, ਜਦੋਂ ਇਹਨੇ ਸੁਣ ਲਿਆ ਵੀ ਗੁਰੂ ਸਾਹਿਬ ਤਾਂ ਸ਼ਹੀਦ ਹੋ ਚੁੱਕੇ ਨੇ, ਰੋਣ ਲੱਗ ਗਿਆ ਸੀਗਾ, ਭੁੱਬਾਂ ਮਾਰ ਕੇ ਰੋਇਆ ਸੀ ਬਹੁਤ। ਜਦ ਮੈਨੂੰ ਗੁਰੂ ਸਾਹਿਬ ਨੇ ਕਿਹਾ ਸੀ ਮੈਂ ਆਉਂਗਾ, ਹੁਣ ਤਾਂ ਨਹੀਂ ਆਉਂਦਾ। ਤੇ ਬਾਕੀ ਤੁਸੀਂ ਕਹਾਣੀ ਜਾਣਦੇ ਹੋ, ਗੁਰੂ ਸਾਹਿਬ ਦਾ ਕੱਲਾ ਸੀਸ ਦੇਵਾ ਰਾਮ ਧੋਬੀ ਦੇ ਘਰੇ ਵਗ ਗਿਆ ਸੀਗਾ, ਕੱਲਾ ਸੀਸ, ਧੜ ਤੋਂ ਬਿਨਾਂ। ਬਾਬਾ ਜੈਤਾ ਜੀ ਲੈ ਕੇ ਨਾ ਉੱਥੇ ਠਹਿਰ ਕੀਤੀ ਸੀ, ਉੱਥੇ ਪਹੁੰਚੇ ਸੀਗੇ, ਹਨਾ। ਜਾਣੀ ਕਿ ਕਹਿਣ ਤੋਂ ਭਾਵ ਵੀ ਜਿਹੋ ਜੀ ਸਿੱਖ ਦੀ ਭਾਵਨਾ ਸੀ, ਉਹ ਭਾਵਨਾ ਨੂੰ ਗੁਰੂ ਸਾਹਿਬ ਨੇ ਜ਼ਰੂਰ ਫਲ ਲਾਇਆ। इत्थे पातशाह ने कहा सी सफल सेवा पार ब्रह्म की, अगे की कहागा ताकि नहीं हान। आपां इह पॉइंट टॉपिक वरतिया सी भी सारे कम्मां विच घाटा है, पर गुरु दी सेवा विच घाटा नहीं है। सारे कम्मां च घाटा है, हाँ लाभ तो है ही है, पर जिथे लाभ आ ना उत्थे हानि भी है। गुरु नाल जुड़े होया नूं कदे हानि नहीं आउंदी, पर एक बारी जुड़ के जरूर वेखना। पूरी विचार दा छिट्टा यही आ, गुरु नाल जुड़ के असीं खुआर नहीं हुंदे, गुरु नाल जुड़ के असीं इज्जत वाले बन जाने आ, गुरु नालों टुट के असीं खुआर हुंदे हां जदों असीं गैरां दी झोली विच जाके बह जाने आ, डेरेदारां दी झोली विच जाके बह जाने आ, पिरथी चंद दी औलाद दी झोली विच जाके जदों बह उदों खुआरी साडी शुरू हो जाती है। पर साडे जीवन विच गुरु ने ही सानूं तरक्की देनी है। लास्ट विच पातशाह जी कहंदे सरन परे चरनार बिंद जन प्रभ के प्राण, हे वाहिगुरु जी मेरे प्राण तेरे करके चलदे ने, तेथों बिना मेरे प्राण नहीं चल सकते। वधिया गल आ भी गुरु साहब ने कितना सोहना सानूं समझाया, साडे साह भी गुरु करके रब करके आ, ते नहीं साडे साह किसी मंत्री दे हत्थ च नहीं, किसी चौधरी दे हत्थ च नहीं, किसी डेरेदार दे हत्थ च नहीं, किसी दे हत्थ च नहीं, साडे साह किहदे हत्थ च? चरनार बिंद वाहिगुरू दे हत्थ च ने। जिहदे हत्थ च ने उहदे नाल जारी नहीं पाई असीं, जिहदे हत्थ च है ही नहीं उहदे नाल लिहाज पाई बैठे आ। फिर पातशाह जी कहते सहज सुभाए नानक मिलै, ते सहज की अवस्था विच ही वाहिगुरू की प्राप्ति है। ज्योति जोत समान, जिवें दीवे दो ने, दोवां दा मूँह इकट्ठा हो जावे, जोत एक हो जाती है। दिखण नूं भावें दीवे दो जापदे, पर जोत एक होण करके उन्हां दी शोभा है। इवें जिवें असीं सारे अलग अलग दीवे आ, पर सारिआं दी विचारधारा एक हो जावे, जोत एक हो जावेगी, ते फिर जोत नूं ही साबासे मिलती है। सो सारी संगत का धन्नवाद, भुलां दी खिमा, बोलदियां तो बड़ियां गलतियां हो जांदियां ने। संगत गुरु साहब बख्शण जोग ने। वाहिगुरू जी का खालसा, वाहिगुरू जी